ਜਿੱਥੋਂ ਤਾਈਂ ਇਹਨਾਂ ਬਿੱਲਾਂ ਦਾ ਸੰਬੰਧ ਆ, ਇਹ ਬਿੱਲ ਪਾਸ ਹੋ ਵੀ ਗਏ ਤਾਂ ਇਸ ਵਾਰੀ ਦੀ ਪ੍ਰੋਕਿਉਰਮੈਂਟ ਤੇ ਇਸ ਵਾਰੀ ਦੀ ਫਸਲ ਦੀ ਚੁਕਾਈ ਤੇ ਉਹਦਾ ਕੋਈ ਇਫੈਕਟ ਨਹੀਂ। ਅਕਾਲੀ ਦਲ ਉਦੋਂ ਹੀ ਇਹਦੀ ਗਹਿਰਾਈ ਨੂੰ ਸਮਝਦਾ, ਇਹਦੀਆਂ ਕਮਜ਼ੋਰੀਆਂ ਨੂੰ ਸਮਝਦਾ, ਇਹਦੇ ਵਿੱਚ ਕੀ ਛੁਪਿਆ ਹੋਇਆ ਉਹਨੂੰ ਜਾਣਦਾ, ਜਿਹੜਾ ਉਹ ਜਾਣਦਾ ਸੀ ਔਰ ਜਾਣਦੇ ਬੁੱਝਦੇ ਉਹਨਾਂ ਨੇ ਇਹਦੀ ਸਪੋਰਟ ਕਰ ਦਿੱਤੀ। ਅਗਰ ਉਦੋਂ ਹੀ ਰੋਕਿਆ ਜਾਂਦਾ ਤਾਂ ਬਹੁਤ ਸੌਖਾ ਰਹਿਣਾ ਸੀ। ਅੱਜ ਯੂ ਟਰਨ ਜੇ ਕਿਸੇ ਨੇ ਲਿਆ ਤਾਂ ਅਕਾਲੀ ਦਲ ਨੇ ਲਿਆ, ਉਹ ਵੀ ਸਲੂਟ ਹੈ। ਤਾਕਤ ਕਿਸਾਨਾਂ ਦੀ ਨੂੰ ਜਿਨ੍ਹਾਂ ਨੇ ਆਪਣੀ ਤਾਕਤ ਦਿਖਾਈ ਹੈ ਤੇ ਉਹਨਾਂ ਦੇ ਰੋਹ ਦੇ ਅੱਗੇ ਉਹਨਾਂ ਨੇ ਯੂ ਟਰਨ ਲਿੱਤਾ ਔਰ ਓਪਨ ਸਭ ਨੂੰ ਪਤਾ। ਪੰਜਾਬੀਅਤ ਲਈ ਔਰ ਕਿਸਾਨਾਂ ਲਈ ਬਿਲਕੁਲ ਇਹ ਜਿਹੜੇ ਬਿੱਲ ਨੇ ਉਹ ਖਤਰਨਾਕ। ਜਿਹੜੇ ਵੀ ਲੀਗਲ ਆਪਸ਼ਨਸ ਨੇ, ਜਿਹੜੀਆਂ ਆਪਸ਼ਨ ਲੀਗਲ ਆਪਸ਼ਨ ਤੋਂ ਇਲਾਵਾ ਹੋਰ ਵੀ ਬਚਣਗੀਆਂ, ਉਹ ਸਾਰੀਆਂ ਅਵੇਲ ਕੀਤੀਆਂ। ਕੇਂਦਰ ਸਰਕਾਰ ਵੱਲੋਂ ਜਿਹੜਾ ਕਿ ਕਿਸਾਨਾਂ ਦੇ ਜਿਹੜੇ ਬਿੱਲ ਪਾਸ ਕੀਤਾ ਜਾ ਰਿਹਾ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ, ਤੇ ਅਗਰ ਗੱਲ ਕਰੀਏ ਤੇ ਹੁਣ ਇਸ ਸਮੇਂ ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਜੀ ਮੌਜੂਦ ਹੈਗੇ ਨੇ। ਤੇ ਅਗਰ ਗੱਲ ਕਰਦੇ ਹਾਂ ਕਿ ਕੇਂਦਰ ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਜਾ ਰਿਹਾ ਹੈ, ਸਰ ਕੇਂਦਰ ਵੱਲੋਂ ਜਿਹੜਾ ਬਿੱਲ ਪਾਸ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਜਿਹੜੀ ਹੱਕਾਂ ਨੂੰ ਲੈ ਕੇ, ਉਹਦੇ ਬਾਰੇ ਇਹ ਬੜਾ ਮੰਦਭਾਗਾ ਹੈ ਜੀ, ਜਿਹੜਾ ਆਰਡੀਨੈਂਸਿਸ ਇਸ਼ੂ ਹੋਏ। ਅਗਰ ਅਕਾਲੀ ਦਲ ਉਦੋਂ ਹੀ ਇਹਦੀ ਗਹਿਰਾਈ ਨੂੰ ਸਮਝਦਾ, ਇਹਦੀਆਂ ਕਮਜ਼ੋਰੀਆਂ ਨੂੰ ਸਮਝਦਾ, ਇਹਦੇ ਵਿੱਚ ਕੀ ਛੁਪਿਆ ਹੋਇਆ ਉਹਨੂੰ ਜਾਣਦਾ, ਜਿਹੜਾ ਉਹ ਜਾਣਦਾ ਸੀ ਔਰ ਜਾਣਦੇ ਬੁੱਝਦੇ ਉਹਨਾਂ ਨੇ ਇਹਦੀ ਸਪੋਰਟ ਕਰ ਦਿੱਤੀ। ਅਗਰ ਉਦੋਂ ਹੀ ਰੋਕਿਆ ਜਾਂਦਾ ਤਾਂ ਬਹੁਤ ਸੌਖਾ ਰਹਿਣਾ ਸੀ। ਉਹਨਾਂ ਨੇ ਸਪੋਰਟ ਕੀਤੀ, 4 ਮਹੀਨੇ ਇਹਦੀ ਐਡਵੋਕੇਸੀ ਕੀਤੀ, ਇਹਦੀ ਵਕਾਲਤ ਕੀਤੀ। ਪੰਜਾਬ 'ਚ ਵੀ ਇਹ ਬੜਾ ਖੂਬਸੂਰਤ ਹੈ, ਪਰ ਇੱਥੇ ਦਾ ਕਿਸਾਨ ਸਮਝਦਾ ਹੈ ਵੀ ਆਉਣ ਵਾਲੇ ਟਾਈਮ 'ਚ ਸੈਂਟਰ ਗਵਰਨਮੈਂਟ ਦੀ ਮਨਸ਼ਾ ਕੀ ਹੈ, MSP ਨੂੰ ਕਿਸ ਤਰੀਕੇ ਉਹਨਾਂ ਨੇ ਬੰਦ ਕਰਨਾ ਆ। ਮੈਂ ਫੂਡ ਮਿਨਿਸਟਰ ਹੋਣ ਦੇ ਨਾਤੇ ਮੈਨੂੰ ਜਾਣਦਾ ਵੀ ਪਿਛਲੇ ਕਈ ਸਾਲਾਂ ਤੋਂ ਸਾਨੂੰ ਕੀ ਮੁਸ਼ਕਿਲਾਂ ਪੇਸ਼ ਆ ਰਹੀਆਂ, ਕਿਸ ਤਰੀਕੇ ਆੜ੍ਹਤੀਆਂ ਨੂੰ ਇਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਸ ਤਰੀਕੇ MSP ਨੂੰ ਕਟੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਸੇ ਤਰੀਕੇ ਇਹ ਹੁਣ ਇਹ ਆਰਡੀਨੈਂਸਿਸ ਰਾਹੀਂ ਉਹਨਾਂ ਨੇ ਬਿਲਕੁਲ ਕਨਵੇ ਕਰ ਦਿੱਤਾ। ਜਿਹੜਾ ਇੱਥੇ ਦਾ ਕਿਸਾਨ ਹੈ ਬਹੁਤ ਸਿਆਣਾ ਆ। ਦੇਖਿਆ ਜਾ ਰਿਹਾ ਕਿ ਕਿਸਾਨਾਂ ਦੀ ਜਿਹੜੀ ਹੁਣ ਫਸਲ ਆਉਣ ਦੀ ਪੰਜਾਬ ਦੇ ਵਿੱਚ 10 ਤਰੀਕ ਤੋਂ ਬਾਅਦ ਫਸਲ ਵੀ ਆਉਣੀ ਸ਼ੁਰੂ ਹੋ ਜਾਏਗੀ, ਤੇ ਉਸ ਤੋਂ ਬਾਅਦ ਹੁਣ ਕੀ ਜਿਹੜਾ ਇਹ ਬਿੱਲ ਹੈਗਾ ਜਿਹੜਾ ਪਾਸ ਕੀਤਾ ਜਾ ਰਿਹਾ ਹੈ, ਕਿ ਪੰਜਾਬ ਸਰਕਾਰ ਇਸ ਬਿੱਲ ਨੂੰ ਮੰਨਦੀ ਹੈ ਜਾਂ ਫਿਰ ਇਹਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇਸ ਪ੍ਰੋਕਿਉਰਮੈਂਟ ਸੀਜ਼ਨ ਦੇ ਉੱਤੇ ਕੋਈ ਫਰਕ ਨਹੀਂ ਹੈ, ਪਰ ਇਹ ਇੱਕ ਸਟੈਪ ਹੈ MSP ਰਜੀਮ ਨੂੰ ਖਤਮ ਕਰਨ ਦਾ। ਜਿਹੜੀ 1 ਅਕਤੂਬਰ ਤੋਂ ਸਾਡੀ ਪ੍ਰੋਕਿਉਰਮੈਂਟ ਸ਼ੁਰੂ ਹੋਣੀ ਹੈ ਪੈਡੀ ਦੀ, ਉਹਦੇ ਤੇ ਇਮੀਡੀਏਟ ਇਫੈਕਟ ਨਹੀਂ ਪੈਣ ਵਾਲਾ। ਉਹਦੇ ਤੇ ਪਿਛਲੇ ਕੁਝ 2-3 ਸੀਜ਼ਨਸ ਤੋਂ ਵਾਰੀ-ਵਾਰੀ ਸੈਂਟਰ ਗਵਰਨਮੈਂਟ ਨੇ ਜਿਵੇਂ ਆੜ੍ਹਤੀਆਂ ਦੀ ਕਮਿਸ਼ਨ ਨੂੰ ਡੀਲਿੰਕ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਜਿਹੜਾ 2.5% ਸਾਡਾ APMC ਐਕਟ ਕਹਿੰਦਾ ਉਹਨਾਂ ਨੂੰ ਮਿਲਣਾ ਚਾਹੀਦਾ, ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। MSP ਨੂੰ ਕਟੇਲ ਕਰਕੇ ਜਿੰਨੀ ਜ਼ਰੂਰਤ ਹੈ ਸਟੇਟਾਂ ਦੀ ਉਹਦੇ ਹਿਸਾਬ ਨਾਲ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਤੋਂ ਹੀ ਜਾਰੀ ਨੇ। ਤੇ ਹੁਣ ਆ ਤਿੰਨਾਂ ਆਰਡੀਨੈਂਸਿਸ ਦਾ ਆਉਣਾ, ਇਹ ਬਿਲਕੁਲ ਪਹਿਲੀ ਗੱਲ ਤਾਂ ਇਹ ਫੈਡਰਲ ਸਿਸਟਮ ਤੇ ਬਿਲਕੁਲ ਅਟੈਕ ਆ। ਜਿਹੜਾ ਐਗਰੀਕਲਚਰ ਹੈ, ਐਗਰੀਕਲਚਰ ਸਟੇਟ ਸਬਜੈਕਟ ਹੈ, ਉਹਦੇ ਵਿੱਚ ਕੀ ਰਾਇਤਾਂ ਦੇਣੀਆਂ, ਕੀ ਛੋਟਾ ਦੇਣੀਆਂ, ਇਹ ਸਟੇਟਾਂ ਦਾ ਕੰਮ ਹੁੰਦਾ, ਸੈਂਟਰ ਦਾ ਕੰਮ ਨਹੀਂ ਹੈ। ਸੈਂਟਰ ਨੇ ਓਵਰਸਟੈਪਿੰਗ ਕੀਤੀ ਹੈ ਸਟੇਟਾਂ ਦੇ ਇਖਤਿਆਰਾਂ 'ਚ। ਫਿਰ ਇਹਦੇ ਨਾਲ ਸਾਡਾ ਪੰਜਾਬ ਦੀ ਜਿਹੜੀ ਇਕੋਨਮੀ ਹੈ ਉਹ ਸਾਰੀ ਐਗਰੀਕਲਚਰ ਤੇ ਬੇਸਡ ਹੈ। ਸਾਨੂੰ ਮੰਡੀ ਫੀਸ, ਰੂਰਲ ਡਿਵੈਲਪਮੈਂਟ ਫੀਸ, ਕਿਉਂਕਿ ਜਿਹੜਾ ਮੰਡੀਕਰਨ ਢਾਂਚਾ ਹੈ ਇਹ ਪਿਛਲੇ 50-60 ਸਾਲ ਤੋਂ ਪੰਜਾਬ ਔਰ ਹਰਿਆਣੇ 'ਚ ਹੀ ਡਿਵੈਲਪ ਹੋਇਆ ਹੈ, ਹੋਰ ਸਾਰੇ ਹਿੰਦੁਸਤਾਨ 'ਚ ਹੈ ਨਹੀਂ। ਉਹ ਡਿਪੈਂਡ ਕਰਦਾ ਸਿਰਫ ਇਹਦੇ ਤੇ, ਇਹਦੀ ਜਿਹੜੇ ਰੂਰਲ ਡਿਵੈਲਪਮੈਂਟ ਫੀਸਿਸ ਆਉਂਦੀਆਂ ਅੱਜ ਉਹਨਾਂ ਦੇ ਹਿਸਾਬ ਦੇ ਨਾਲ ਮੰਡੀ ਕਿਤੇ ਕੋਈ ਪ੍ਰਾਈਵੇਟ ਬੰਦਾ ਖੋਲ੍ਹ ਲੈਂਦਾ ਤੇ ਉਹਦੇ ਤੇ ਫੀਸ ਨਹੀਂ ਲਿੱਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ, ਪਰ ਜਿਹੜਾ ਰੂਰਲ ਪਿੰਡਾਂ ਦੇ ਅੰਦਰ ਮੰਡੀ ਬੋਰਡ ਵੱਲੋਂ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ, ਸੜਕਾਂ ਸੁੜਕਾਂ, ਉੱਥੇ ਦਾ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕੀਤਾ ਗਿਆ ਉਹ ਇਸੇ ਪੈਸੇ ਨਾਲ ਹੁੰਦਾ। ਕੱਲ ਨੂੰ ਕਿੱਥੋਂ ਇਹ ਸੂਬੇ ਚੱਲਣਗੇ? MSP ਦੇ ਹਟਣ ਨਾਲ ਜਿੱਥੇ ਅਸ਼ੋਰਡ ਪ੍ਰੋਕਿਉਰਮੈਂਟ ਹੈ ਕਣਕ ਔਰ ਝੋਨੇ ਦੀ, ਉਸ ਤੋਂ ਇਲਾਵਾ ਜਿੱਥੇ MSP ਲੱਗਦੀ ਹੈ ਉਹਨਾਂ ਫਸਲਾਂ ਦਾ ਹਾਲ ਤਾਂ ਦੇਖੋ। ਆ ਪਿੱਛੇ ਮੱਕੀ ਦਾ ਹਾਲ ਸੀਗਾ 1800 MSP ਦੇ ਅਗੇਂਸਟ 600-700-800 ਰੁਪਏ ਤੇ ਵਿਕੀ ਹੈ ਜਾ ਕੇ। ਅੱਜ ਹਾਲੇ ਤਾਈਂ ਕਾਟਨ ਕਾਰਪੋਰੇਸ਼ਨ ਨਰਮਾ ਖਰੀਦਣ ਨਹੀਂ ਆਈ, ਮੰਡੀਆਂ 'ਚ ਰੁਲਦਾ ਪਿਆ। ਤੇ ਉਹਦੇ ਅਗੇਂਸਟ ਜਦੋਂ ਝੋਨਾ ਔਰ ਵੀਟ ਦਾ, ਕਣਕ ਦਾ ਸੀਜ਼ਨ ਆਉਂਦਾ, ਕਿਸ ਤਰੀਕੇ ਇੱਕ 2-2 ਦਿਨਾਂ 'ਚ ਚੱਕੀ ਵੀ ਜਾਂਦੀ ਹੈ ਔਰ 48 ਘੰਟੇ 'ਚ ਉਹਨਾਂ ਦੀ ਪੇਮੈਂਟ ਵੀ ਹੋ ਜਾਂਦੀ ਹੈ। ਇਸ ਕਰਕੇ ਕਿਸਾਨ ਨੂੰ ਇਹ ਹੈ ਵੀ ਸਾਡੀ ਅਸ਼ੋਰਡ ਫਸਲ ਦੀ ਮਾਰਕੀਟ ਇੱਕ ਐਸਟੈਬਲਿਸ਼ ਹੋਈ ਆ, ਉਹ ਇਸ ਕਰਕੇ ਉਹਨਾਂ ਦੇ ਅੰਦਰ ਖਦਸ਼ਾ ਆ। ਜਿੱਥੇ ਸਰਕਾਰ ਨੂੰ
ਮੰਤਰੀ ਸਾਹਿਬ ਮੁੱਦਾ ਕਿਸਾਨਾਂ ਦਾ ਹੈ ਇਸ ਸਮੇਂ, ਤੇ ਕਿਸਾਨੀ ਮੁੱਦਾ ਜਿਹੜਾ ਹੈਗਾ ਇਸ ਸਮੇਂ ਬਹੁਤ ਗਰਮਾਇਆ ਹੋਇਆ। ਸਿਆਸੀ ਪਾਰਟੀਆਂ ਅਲੱਗ-ਅਲੱਗ ਤਰੀਕੇ ਨਾਲ ਆਪਣਾ ਕ੍ਰੈਡਿਟ ਲੈਣ ਨੂੰ ਫਿਰਦੀਆਂ ਪਈਆਂ ਨੇ, ਤੇ ਅਕਾਲੀ ਦਲ ਵੀ ਹੈ, ਆਮ ਆਦਮੀ ਪਾਰਟੀ ਵੀ, ਹਰ ਪਾਰਟੀ ਜਿਹੜੀ ਹੈਗੀ ਹੈ, ਤੁਹਾਡੀ ਪਾਰਟੀ ਵੀ ਹੈ, ਕਾਂਗਰਸ ਪਾਰਟੀ ਇਸ ਸਮੇਂ ਕ੍ਰੈਡਿਟ ਲੈਣ ਨੂੰ ਫਿਰ ਰਹੀ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਸਮੇਂ ਕ੍ਰੈਡਿਟ ਵਾਰ ਦਾ ਮੁੱਦਾ ਹੈ ਕਿ ਜਦੋਂ ਇਹ ਆਰਡੀਨੈਂਸ ਆਏ ਸੀਗੇ, ਆਲ ਪਾਰਟੀ ਮੀਟਿੰਗ ਹੋਈ ਸੀ, ਉਹਦੇ 'ਚ ਸਾਰੀਆਂ ਪਾਰਟੀਆਂ ਇਕਜੁੱਟ ਸੀਗੀਆਂ, ਵਿੱਚ ਹੀ BSP, ਵਿੱਚ ਹੀ ਆਮ ਆਦਮੀ ਪਾਰਟੀ, ਵਿੱਚ ਹੀ ਸਾਰੇ ਕਾਮਰੇਡ ਜਿੰਨੀਆਂ ਖੱਬੇ ਪੱਖੀ ਪਾਰਟੀਆਂ ਸੀਗੀਆਂ, ਸਾਰੀਆਂ ਇਕਜੁੱਟ ਸੀਗੀਆਂ। ਫਿਰ ਉਹਦੇ ਵਿੱਚ ਜੇ ਕਿਸੇ ਦੋ ਪਾਰਟੀਆਂ ਨੇ ਨਾਲ ਨਹੀਂ ਆਈਆਂ, ਉਹ ਸੀਗੀਆਂ ਅਕਾਲੀ ਦਲ ਤੇ BJP, ਜਿਹੜੀਆਂ ਆਰਡੀਨੈਂਸ ਇਸ਼ੂ ਕਰਨ 'ਚ ਹਿੱਸੇਦਾਰ ਸੀਗੀਆਂ। ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈਆਂ, ਸਾਰੇ ਇਕਜੁੱਟ ਸੀਗੇ। ਇਹਦੇ 'ਚ ਕ੍ਰੈਡਿਟ ਵਾਰ ਕਿੱਥੇ ਰਹਿ ਗਈ? ਸਾਰੇ ਇਕੱਠੇ ਖੜੇ ਸੀਗੇ। ਅੱਜ ਯੂ ਟਰਨ ਜੇ ਕਿਸੇ ਨੇ ਲਿਆ ਤਾਂ ਉਹ ਅਕਾਲੀ ਦਲ ਨੇ ਲਿਆ, ਉਹ ਵੀ ਸਲੂਟ ਹੈ। ਤਾਕਤ ਕਿਸਾਨਾਂ ਦੀ ਨੂੰ, ਜਿਨ੍ਹਾਂ ਨੇ ਆਪਣੀ ਤਾਕਤ ਦਿਖਾਈ ਹੈ, ਤੇ ਉਹਨਾਂ ਦੇ ਰੋਹ ਦੇ ਅੱਗੇ ਉਹਨਾਂ ਨੇ ਯੂ ਟਰਨ ਲਿੱਤਾ, ਔਰ ਓਪਨ ਸਭ ਨੂੰ ਪਤਾ। ਸਰ, ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ 2022 ਦੇ ਚੁਣਾਵਾਂ ਨੂੰ ਲੈ ਕੇ ਵੀ ਕਿਸਾਨ ਜਿਹੜੇ ਅਕਾਲੀ ਦਲ ਹੈਗੇ ਨੇ, ਕਿਸਾਨਾਂ ਦੇ ਹਿੱਤ ਵਿੱਚ ਆ ਕੇ, ਤੇ ਉਹਨਾਂ ਨੇ ਜਿੱਦਾਂ ਹੁਣ ਅਸਤੀਫਾ ਵੀ ਦੇਤਾ, ਉਸ ਤੋਂ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਇਹ ਵਾਰ ਕਿਹੜੀ ਚੱਲ ਰਹੀ ਹੈ? ਰੱਬ ਨੇ ਸੋਝੀ ਬਖਸ਼ੀ ਹੈ, ਕਿਸਾਨਾਂ ਦੀ ਤਾਕਤ ਨੇ ਵਾਪਸ ਉਹਨਾਂ ਨੂੰ ਸਮਝ ਲਿਆਂਦੀ ਹੈ। ਅਕਾਲੀ ਦਲ ਨੂੰ ਅੱਜ ਲੋੜ ਹੈ ਇਕੱਠਿਆਂ ਹੋ ਕੇ ਇਸ ਆਰਡੀਨੈਂਸਿਸ ਨੂੰ, ਇਹਨਾਂ ਨੂੰ ਬਿੱਲ 'ਚ ਕਨਵਰਟ ਕਰਨ ਨੂੰ। ਅੱਜ ਰਾਜ ਸਭਾ 'ਚ ਯੂਨਾਈਟਿਡ ਹੋ ਕੇ ਇਹਨੂੰ ਰੋਕਣ ਦੀ ਲੋੜ ਹੈ, ਸਿਲੈਕਟ ਕਮੇਟੀ ਨੂੰ ਭੇਜਣ ਦੀ ਲੋੜ ਹੈ, ਤਾਂ ਕਿ ਉਹ ਕਿਸਾਨਾਂ ਨੂੰ ਬੁਲਾਉਣ, ਜਿਹੜੇ ਸਟੇਕ ਹੋਲਡਰਸ ਆ ਉਹਨਾਂ ਨੂੰ ਬੁਲਾ ਕੇ ਪੁੱਛਣ, ਉਹਨਾਂ ਦੇ ਸ਼ੰਕੇ ਦੂਰ ਕਰਨ, ਤੇ ਫਿਰ ਇਹਨਾਂ ਨੂੰ ਬਿੱਲ 'ਚ ਕਨਵਰਟ ਕਰਨ, ਉਹਦੇ 'ਚ ਸੋਧ ਕਰਕੇ। ਅੱਜ ਇਹਦੀ ਜ਼ਰੂਰਤ ਹੈ। ਕ੍ਰੈਡਿਟ ਵਾਰ ਕ੍ਰੈਡਿਟ ਕਿਹਨੂੰ ਮਿਲਣਾ, ਕਿਹਨੂੰ ਨਹੀਂ, ਕਿਹਨੇ ਕੀ ਕੀਤਾ, ਆਪੇ ਲੋਕ ਦੇ ਲੈਣਗੇ ਯਾਰ। ਅੱਜ ਉਹਨਾਂ ਦੀ ਤਾਕਤ ਨੂੰ, ਕਿਸਾਨਾਂ ਦੀ ਜਿਹੜੀ ਲੜਾਈ ਹੈ, ਉਹਨਾਂ ਨੂੰ ਕਮਜ਼ੋਰ ਨਾ ਕਰੋ ਤੁਸੀਂ ਕ੍ਰੈਡਿਟ ਵਾਰ 'ਚ ਕਨਵਰਟ ਕਰਕੇ। ਕ੍ਰੈਡਿਟ ਮਿਲਦਾ ਰਹੇਗਾ, ਕ੍ਰੈਡਿਟ ਪਬਲਿਕ ਦੇ ਦੇਗੀ। ਪਬਲਿਕ ਜਾਣਦੀ ਹੈ ਕਿਹੜੇ ਉਹਨਾਂ ਦੇ ਪਿੱਛੇ ਖੜੇ ਤੇ ਕਿਹੜੇ ਉਹਨਾਂ ਦੇ ਪਿੱਛੋਂ ਦੌੜ ਗਏ ਸੀਗੇ। ਇਹ ਸਭ ਉਹ ਜਾਣਦੀ ਹੈ, ਕਿਸਾਨ ਜਾਣਦੇ ਆ। ਸਾਡਾ ਪੰਜਾਬ ਦਾ ਕਿਸਾਨ ਬੜਾ ਸਮਝਦਾਰ ਔਰ ਪ੍ਰੋਗਰੈਸਿਵ ਹੈ। 25 ਤਰੀਕ ਨੂੰ ਕਿਸਾਨ ਜਿਹੜੀ ਜਥੇਬੰਦੀਆਂ ਹੈਗੀਆਂ ਨੇ ਇੱਕ ਵੱਡਾ ਸੰਘਰਸ਼ ਛੇੜਨ ਜਾ ਰਹੀਆਂ ਨੇ, ਕਿ ਤੁਹਾਡੀ ਸਰਕਾਰ ਜਾਏਗੀ ਉਹਨਾਂ ਦੇ ਸੰਘਰਸ਼ ਦੇ? ਸਾਡੀ ਸਰਕਾਰ, ਸਾਡੀ ਪਾਰਟੀ ਓਪਨਲੀ ਸਟੈਂਡ ਲੈਤਾ ਹੋਇਆ। ਜਦੋਂ ਦੇ ਆਰਡੀਨੈਂਸ ਇਸ਼ੂ ਹੋਏ ਆ, ਇਹਨਾਂ ਦੇ ਅਗੇਂਸਟ ਹੈ, ਤੇ ਇਹਦੇ 'ਚ ਜਾਣ ਨਾ ਜਾਣ ਦਾ ਸਵਾਲ ਕਿੱਥੋਂ ਪੈਦਾ ਹੋ ਜਾਂਦਾ? ਅੱਜ ਵੀ ਜਿਹੜੇ ਸੰਘਰਸ਼ ਹੋ ਰਹੇ, ਸਾਡੇ ਯੂਥ ਕਾਂਗਰਸੀ ਟਰੈਕਟਰ ਰੈਲੀ ਕੱਢ ਕੇ ਦਿੱਲੀ ਨੂੰ ਜਾ ਰਹੇ ਆ, ਹਜ਼ਾਰਾਂ ਟਰੈਕਟਰ ਲੈ ਕੇ। ਅਸੀਂ ਤਾਂ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੇ ਹਾਂ। ਜਿਹੜੇ ਸੰਘਰਸ਼ਸ਼ੀਲ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਸਾਡੀ ਸਪੋਰਟ ਆ, ਕਿਉਂਕਿ ਸਾਨੂੰ ਪਤਾ ਇਹ ਪੰਜਾਬ ਲਈ, ਪੰਜਾਬੀਅਤ ਲਈ ਔਰ ਕਿਸਾਨਾਂ ਲਈ ਬਿਲਕੁਲ ਇਹ ਜਿਹੜੇ ਬਿੱਲ ਨੇ ਉਹ ਖਤਰਨਾਕ ਨੇ। ਜੇਕਰ ਬਿੱਲ ਪਾਸ ਹੁੰਦਾ ਹੈ ਤੇ ਕੀ ਤੁਸੀਂ ਕੋਰਟ ਦੇ ਵਿੱਚ ਦਾ ਦਰਵਾਜ਼ਾ ਖੜਕਾਓਗੇ ਤੁਹਾਡੀ ਸਰਕਾਰ? ਬਿਲਕੁਲ, ਜਿਹੜੇ ਵੀ ਲੀਗਲ ਆਪਸ਼ਨਸ ਨੇ, ਜਿਹੜੀਆਂ ਆਪਸ਼ਨ ਲੀਗਲ ਆਪਸ਼ਨ ਤੋਂ ਇਲਾਵਾ ਹੋਰ ਵੀ ਬਚਣਗੀਆਂ, ਉਹ ਸਾਰੀਆਂ ਅਵੇਲ ਕੀਤੀਆਂ ਨੇ। ਅਸੀਂ 5000 ਦੇ ਕਰੀਬ ਮੰਡੀਆਂ ਕਰਦੇ ਪਏ ਹਾਂ, ਕਿਸਾਨ ਦੀ ਸਿਹਤ, ਕਿਸਾਨ ਦੇ ਫਸਲ ਨੂੰ ਆਸਾਨੀ ਨਾਲ ਚੱਕਣ ਲਈ। ਜਿੱਥੋਂ ਤਾਈਂ ਇਹਨਾਂ ਬਿੱਲਾਂ ਦਾ ਸੰਬੰਧ ਆ, ਇਹ ਬਿੱਲ ਪਾਸ ਹੋ ਵੀ ਗਏ ਤਾਂ ਇਸ ਵਾਰੀ ਦੀ ਪ੍ਰੋਕਿਉਰਮੈਂਟ ਤੇ, ਇਸ ਵਾਰੀ ਦੀ ਫਸਲ ਦੀ ਚੁਕਾਈ ਤੇ ਉਹਦਾ ਕੋਈ ਇਫੈਕਟ ਨਹੀਂ ਹੈ। ਸੋ ਇਹ ਸੀ ਸਾਡੇ ਨਾਲ ਭਾਰਤ-ਭੂਸ਼ਣ ਆਸ਼ੂ ਜੀ, ਜੋ ਉਹਨਾਂ ਨੇ ਕਿਹਾ ਕਿ ਜੇ ਬਿੱਲ ਪਾਸ ਹੋ ਵੀ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਪੰਜਾਬ ਸੂਬਾ ਸਰਕਾਰ ਹੈ, ਉਹ ਇਸ ਬਿੱਲ ਨੂੰ ਨਹੀਂ ਜਿਹੜਾ ਹੈਗਾ ਮੰਨਦੀ ਹੈ, ਤੇ ਉਸ ਦੇ ਉੱਤੇ ਕਾਨੂੰਨੀ ਲੜਾਈ ਵੀ ਜਿਹੜੀ ਹੈਗੀ ਲੜਨ ਨੂੰ ਤਿਆਰ ਹੈਗੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਸੇਠੀ ਚੌਹਾਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।